ਮੰਗਲ ਸੁਖ ਕਲਿਆਣ ਦਾ ਕਰੇ ਅਮੰਗਲ ਹਾਨ। ਜਪਤ ਜਪਤ ਸ਼੍ਰੀ ਨਾਮ ਕੋ ਪ੍ਰਗਟੈ ਪੁਰ ਮੈਂ ਗਿਆ। ਧੰਨ ਵਾਹਿਗੁਰੂ ਸਾਹਿਬ ਜੀ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨਹੁ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰਿ ਬਿੰਦ। ਕਰ ਹਰਿ ਕਰਮ ਸ਼੍ਰਵਨ ਹਰਿ ਕਥਾ, ਹਰਿ ਦਰਗਹਿ ਨਾਨਕ ਉਜਲ ਮਥਾ। ਕਰ ਹਰਿ ਕਰਮ ਸ਼੍ਰਵਨ ਹਰਿ ਕਥਾ, ਹਰਿ ਦਰਗਹਿ ਨਾਨਕ ਉਜਲ ਮਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ, ਆਪ ਸਰਬੱਤ ਸਤ ਸੰਗੀ ਜਨ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਮਹਾਰਾਜ ਜੀ ਦੀ ਨਜ਼ਰੇ ਰਹਿਮਤ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਉਦਮ ਕਰ ਸਾਹਿਬ ਜੀ ਦੀ ਪਾਵਨ ਸੰਗਤ ਵਿੱਚ ਮਿਲ ਬੈਠ ਅਸੀਸਾਂ ਨਾਲ ਝੋਲੀਆਂ ਭਰ ਰਹੇ। ਜਿੱਥੇ ਗੁਰਬਾਣੀ ਕੀਰਤਨ ਦੀ ਹਾਜ਼ਰੀ, ਉੱਥੇ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ। ਜਿਸ ਦੀ ਵਿਚਾਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਪਾਵਨ ਸਥਾਨ ਤੇ ਮਿਲ ਬੈਠ ਸ਼ਰਵਣ ਕਰਦੇ ਹੋ। 14ਵੀਂ ਅਸ਼ਟਪਦੀ ਦੇ ਦੂਸਰੇ ਪਦੇ ਦਾ ਪਾਠ ਆਪ ਜੀ ਨੇ ਬੜੇ ਅਦਬ, ਪਿਆਰ, ਸਤਿਕਾਰ, ਸ਼ਰਧਾ ਸਹਿਤ ਸ਼ਰਵਣ ਕੀਤਾ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੇ ਅਦਬ ਸਹਿਤ ਬੇਨਤੀ ਕਰਾਂ, ਜਿਤਨੇ ਵੀ ਪਿਆਰ ਵਾਲੇ ਸਤ ਸੰਗੀ ਜਨ ਜੁੜ ਬੈਠੇ ਹੋ, ਮਨ ਬਿਰਤੀਆਂ ਇਕਾਗਰ ਕਰੀਏ। ਮਾਲਕ ਜੀ ਦੀ ਸਿਫਤ ਸਲਾਹ ਕਰਨ ਔਰ ਸੁਣਨ ਦਾ ਮਨ ਬਣਾਈਏ। ਹਿਰਦੇ ਨੂੰ ਪਿਆਰ ਨਾਲ ਭਰੀਏ। ਕੋਈ ਵੀ ਰਸਨਾ ਖਾਲੀ ਨਾ ਰਹੇ। ਸਾਰੇ ਲੋ ਹਾਜ਼ਰੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸਤਤ
ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜਿਹੜਾ ਅਮੋਲਕ ਵਿਚਾਰ ਸਾਨੂੰ ਪਿਛਲੇ ਪਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿ ਜਿਹੜੀ ਮਨੁੱਖ ਦੀ ਟੇਕ ਹੈ ਨਾ, ਮਨੁੱਖ ਦਾ ਆਸਰਾ ਹੈ, ਮਨੁੱਖ ਦਾ ਸਹਾਰਾ ਹੈ, ਇਹ ਮਿਥਿਆ ਹੈ, ਇਹ ਵਿਅਰਥ ਹੈ, ਇਹ ਝੂਠਾ ਹੈ। ਕਿਉਂਕਿ ਦਾਤਾਂ ਦੇਣ ਵਾਲਾ ਜਿਹੜਾ ਹੈ ਨਾ, ਉਹ ਸਿਰਫ ਭਗਵਾਨ ਹੈ, ਪ੍ਰਭੂ ਹੈ, ਪਰਮੇਸ਼ਰ ਹੈ। ਤੇ ਜਦੋਂ ਜਿਹਨੂੰ ਪਰਮੇਸ਼ਰ ਬਖਸ਼ਿਸ਼ ਕਰਕੇ ਦਾਤਾਂ ਦੇਵੇ ਨਾ, ਫਿਰ ਮਨੁੱਖ ਰੱਜ ਜਾਂਦਾ ਹੈ, ਰੱਜ ਜਾਂਦਾ ਹੈ। ਕਦੀ ਵੀ ਮਨੁੱਖ ਦੇ ਮਨ ਵਿੱਚ ਪਦਾਰਥਾਂ ਦੀ ਲਾਲਸਾ ਪੈਦਾ ਹੁੰਦੀ ਨਹੀਂ। ਉਹ ਤ੍ਰਿਪਤ ਹੋ ਜਾਂਦਾ ਹੈ, ਉਹ ਰੱਜ ਜਾਂਦਾ ਹੈ। ਉਹਦੇ ਮਨ ਵਿੱਚ ਫਿਰ ਪਦਾਰਥਾਂ ਦੀ ਕੋਈ ਤ੍ਰਿਸ਼ਨਾ ਹੀ ਨਹੀਂ ਰਹਿ ਜਾਂਦੀ। ਉਹ ਰਹਿਮਤ ਨਾਲ ਭਰਪੂਰ ਕਰ ਦਿੰਦਾ ਹੈ, ਉਹ ਦਇਆ ਮੈਂ, ਉਹ ਬਖਸ਼ਿਸ਼ ਨਾਲ ਨਵਾਜ਼ ਦਿੰਦਾ ਹੈ। ਮਾਰਨ ਵਾਲਾ ਵੀ ਉਹ ਹੈ, ਰੱਖਣ ਵਾਲਾ ਵੀ ਉਹ। ਅਗਰ ਮਨੁੱਖ ਇਹ ਕਹੇ ਨਾ ਵੀ ਮੇਰੇ ਹੱਥ ਵਿੱਚ ਕੁਝ ਹੈ, ਤੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਵੀ ਮਨੁੱਖ ਦੇ ਹੱਥ ਵਿੱਚ ਨਾ ਕੁਝ ਵੀ ਨਹੀਂ। ਮਾਰਨ ਤੇ ਰੱਖਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਉਹਦਾ ਹੁਕਮ ਬੁਝਣਾ ਚਾਹੀਦਾ ਹੈ, ਉਹਦਾ ਹੁਕਮ ਸਮਝਣਾ ਚਾਹੀਦਾ ਹੈ, ਉਹਦੇ ਹੁਕਮ ਵਿੱਚ ਵਿਚਰਨਾ ਚਾਹੀਦਾ ਹੈ, ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ। ਤੇ ਜਿਹੜਾ ਉਹਦੇ ਹੁਕਮ ਨੂੰ ਸਮਝਦਾ ਹੈ, ਜਾਣਦਾ ਹੈ, ਉਹਦੇ ਹੁਕਮ ਦੀ ਪਾਲਣਾ ਵਿੱਚ ਰਹਿੰਦਾ ਹੈ, ਉਹਦਾ ਜੀਵਨ ਸੁੱਖਾਂ ਨਾਲ ਭਰ ਜਾਂਦਾ ਹੈ। ਤੇ ਪਰਮੇਸ਼ਰ ਦੇ ਨਾਮ ਨੂੰ ਨਾ ਹਮੇਸ਼ਾ ਹੀ ਆਪਣੇ ਕੰਠ ਦਾ, ਹਿਰਦੇ ਰੂਪੀ ਗਲੇ ਦਾ ਹਾਰ ਬਣਾ ਕੇ ਰੱਖਣਾ ਚਾਹੀਦਾ। ਤੇ ਫਿਰ ਨਾਲ ਸਮਝਾਇਆ ਕਿ ਹੇ ਜੀਵ, ਪਰਮੇਸ਼ਰ ਨੂੰ ਸਿਮਰ, ਪਰਮੇਸ਼ਰ ਨੂੰ ਸਿਮਰ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚ ਕੋਈ ਵਿਘਨ ਨਹੀਂ ਰਹਿ ਜਾਂਦਾ। ਮਾਲਕ ਸਾਰੇ ਉਹਦੇ ਵਿਘਨਾਂ ਨੂੰ ਨਾਸ਼ ਕਰ ਦਿੰਦਾ। ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਇ। ਅੱਜ ਦੇ ਪਦੇ ਵਿੱਚ ਸਤਿਗੁਰੂ ਸਮਝਾ ਰਹੇ ਨੇ, ਉਸਤਤ ਮਨ ਮਹਿ ਕਰ ਨਿਰੰਕਾਰ। ਹੇ ਜੀਵ, ਉਸ ਨਿਰੰਕਾਰ ਦੀ ਨਾ ਤੂੰ ਉਸਤਤ ਕਰਿਆ ਕਰ, ਮਨ ਰਾਹੀਂ, ਮਨ ਰਾਹੀਂ। ਮਨੁੱਖ ਦਾ ਜਿਹੜਾ ਮਨ ਹੈ ਨਾ, ਉਹ ਵਾਹਿਗੁਰੂ ਦੀ ਉਸਤਤ ਕਰੇ, ਪਰਮੇਸ਼ਰ ਦੀ, ਨਿਰੰਕਾਰ ਦੀ ਉਸਤਤ ਕਰੇ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਮਨੁੱਖ ਦੀ ਜਿਹੜੀ ਕਰਨੀ ਹੈ ਨਾ, ਉਹ ਸਤ ਹੋਣੀ ਚਾਹੀਦੀ, ਉਹ ਸ੍ਰੇਸ਼ਟ ਹੋਣੀ ਚਾਹੀਦੀ, ਉਹ ਸੁਕ੍ਰਿਤ ਹੋਣੀ ਚਾਹੀਦੀ ਹੈ। ਉਹਨੂੰ ਵਧੀਆ ਕਾਰਜ ਕਰਨੇ ਚਾਹੀਦੇ, ਉਹਨੂੰ ਭਲੇ ਕਾਰਜ ਕਰਨੇ ਚਾਹੀਦੇ, ਉਹਨੂੰ ਨਿਰਮਲ ਕਾਰਜ ਕਰਨੇ ਚਾਹੀਦੇ। ਦੇਖੋ, ਮਨੁੱਖ ਨਾ ਮਨੁੱਖਾਂ ਦੀ ਉਸਤਤ ਕਰੀ ਜਾਂਦਾ ਹੈ, ਮਨੁੱਖ ਮਨੁੱਖਾਂ ਨੂੰ ਹੀ ਸਲਾਹੀ ਜਾਂਦਾ, ਮਨੁੱਖ ਦੁਨੀਆ ਨੂੰ ਹੀ ਸਲਾਹੀ ਜਾਂਦਾ ਹੈ। ਪਰ ਗੁਰਬਾਣੀ ਨੇ ਜਿਹੜੀ ਗੱਲ ਮਨੁੱਖ ਨੂੰ ਸਮਝਾਈ, ਜੀਵ ਨੂੰ ਸਮਝਾਈ, ਉਹ ਇਹ ਕਿ ਦੁਨੀਆ ਦੀ ਉਸਤਤ ਕਰਨ ਨਾਲ, ਦੁਨੀਆ ਨੂੰ ਸਲਾਹੁਣ ਨਾਲ, ਦੁਨੀਆ ਦੀ ਵਡਿਆਈ ਕਰਨ ਨਾਲ ਕੁਝ ਵੀ ਤੇਰੇ ਪੱਲੇ ਨਹੀਂ ਪੈਣਾ। ਕਿਉਂਕਿ ਜਿਹੜੀ ਦੁਨੀਆ ਹੈ ਉਹ ਮੁੱਕ ਜਾਣ ਵਾਲੀ ਹੈ, ਵਿਨਸ ਜਾਣ ਵਾਲੀ ਹੈ। ਜਿਨ੍ਹਾਂ ਲੋਕਾਂ ਦੀ ਤੂੰ ਵਡਿਆਈ ਕਰਦਾ ਹੈ, ਜਿਨ੍ਹਾਂ ਲੋਕਾਂ ਦੀ ਤੂੰ ਉਸਤਤ ਕਰਦਾ ਹੈ,
वो आखिरकार खाक हो जाने वाले, मिट्टी विच रुल जाने वाले। दुनिया ना सलाहे जो मर वंजसी, लोका ना सलाहे, लोकां नूं सलाहण विच लगा, उन्हां नूं जो मर खाक थी, जेड़े मर के मिट्टी हो जाने वाले ने, तो उन्हां नूं सलाहण लगे, उन्हां दी वडियाई करन वाला, उन्हां दी वडियाई विच उलझिया फिरदे। अगर मनुख नूं ये समझ आ जाए ना कि वडियाई करने वाला कौन है, किहदी वडियाई करनी चाहिए, तो सतगुरु महाराज जी कहण लगे भी देखो, सिफत उहदी करनी चाहिए जिहड़ा सचमुच सिफत दे लायक होवे। दो अखर ने, एक है उस्तत, एक है निंदिया। अगर कोई लोहे नूं सोना कही जाए तो झूठी उस्तत है, सोने नूं सोना कहना सच्चाई है, ये सही उस्तत है। जिहड़ा सलाहण योग है उन्होंने सलाहना सही उस्तत है, ते जे कोई सोने नूं मिट्टी कही जाए तो निंदिया है। ते निंदा करने वालियां दा की हशर हुंदा है, की हाल हुंदा है, किहड़ियां किहड़ियां सजावां भोगदे ने, किहड़ियां जुनां विचों धक्के खांदे ने। वो सारी तरतीब ना सतगुरु जी ने सानू समझाई 13वें श्लोक और अष्टपदी दे विस्तार राहीं। ये मनुख की हालत की हुंदी है जिहड़ा रब्बी पुरुषां दी, संत जनां दी निंदा करदा है, उन्हां दा बुरा चितवदा है, उन्हां दा बुरा करन लई ध्यान विच बात नूं लिआउंदा है। पर जिहड़ी उस्तत है ना, वो सिर्फ उहदी करनी चाहिए जिहड़ा उस्तत करन दे योग है। ते सतगुरु कहण लगे, अगर कोई दुनिया की उस्तत छड्ड के, दुनिया नूं सलाहना छड्ड के, दुनिया की वडियाई छड्ड के, जिहदी उस्तत करनी चाहिए, जिहनूं सलाहना चाहिए, अगर उहनूं सलाहण लग जाए ना, तो फिर याद रखियो जे जिन्हें उहनूं सलाया ना, वो फिर उहदी किरपा नाल संसार सागर तो पार हो जाता है। तू सच्चा साहिब सिफत सवालियो, सवालियो कहते ने योग, सवालियो कहते ने लायक नूं। अगर कोई सिफत करन दे लायक है, अगर किसी की सिफत होनी चाहिए तो सिर्फ परमेश्वर की होनी चाहिए, वडियाई उहदी होनी चाहिए, उस्तत उहदी होनी चाहिए। तू सच्चा साहिब सिफत सवालियो, जिन कीती सो पार पाया। जिन्हां ने उस अकाल पुरख वाहिगुरू जी की सिफत सलाह की, वडियाई की, उस्तत की, वो जीव संसार सागर तो पार हो गए। उस्तत मन में कर निरंकार। हुण देखो, जिहड़ी रब की उस्तत है ना साध संगत, वो अवेसलेपन नाल नहीं हुंदी, अवेसले मन नाल नहीं हुंदी। मन की इकाग्रता दे नाल उस वाहिगुरू जी की उस्तत करनी चाहिए, मन की इकाग्रता नाल। सतगुरु जी ने सावधान ते इकाग्रता लफ्ज वरतिया, कहण लगे प्रभ की उस्तत करो संत मीत। हे संत जनो, हे प्यारिओ, हे मित्र जनो, उस सच्चे अकाल पुरख वाहिगुरू जी की शिव सलाह करनी चाहिए। हे सज्जन जनो, हे मित्र जनो, उस वाहिगुरू जी की शिव सलाह करनी चाहिए है। प्रभ की उस्तत करो संत मीत, सावधान एकाग्र चीत, सावधानता नाल, एकाग्रता नाल चित नूं जोड़ के, भाई रे राम कहो चित लाए। जे मनुख दा मन ही
मालिक जी की उस्तत करने में सावधान ना होया, एकाग्रता वाला ना होया, टिकाव वाला ना बनया, फिर मन ते खिंडाव वाला बन गया, मन ते खिलार वाला बन गया, मन ते भटकना वाला बन गया। मन दे टिकाव दे नाल एकाग्र चित हो के उस अकाल पुरख वाहिगुरू जी की ना वडियाई करया कर, उहदी सिफत सलाह करया कर। हर चरण कमल की टेक, सतगुर दिती तुस के बलराम जीओ। जिहड़ा मालक है ना, वो जिहदे ते तुस पवे, तुस दा आखरी अर्थ है त्रुठ पवे, किरपा ते आ जाए, मेहर दी रहमत कर देवे, मेहर दी निगाह कर देवे, वो बख्शिश कर देवे। जिहदे ते वो रहमत कर देवे ना, हर चरण कमल की टेक, सतगुर दिती तुस के बलराम जीओ। मनुख इसलिए मनुख की उस्तत करता है कि वह सोचता है भी मैं जिहदी उस्तत करांगा ना, असी ते मनुख नूं रब बना के पेश करने लिए भी हमेशा तत्पर रहने हैं। अगर सानू ये पता लग जाए कि यदी वडियाई करने नाल सानू ये फायदा होना चाहिए, ये हो सकता है फायदा, सानू इन्ना लाहा प्राप्त हो सकता है अगर वही वडियाई करिए, मनुख की वडियाई करिए। पर सतगुरु महाराज जी कह लगे भी जिहड़ा परमेश्वर है ना, परमेश्वर अगर वडियाई करनी है तो वही कर। अगर किसी के चरना कमलों में चुनना है, किसी का टेक ते आसरा लेना है, तो सिर्फ मालक के चरना कमलों का टेक ते आसरा लै। हर चरण कमल की टेक, सतगुरु दिती तुस के बलराम जीओ। मनुख मनुख का आसरा बना के बैठा है। तो कल के बोलों में ही सतगुरु जी ने पदे में समझाया ना, मानुख की टेक बिरथी सब जान, हर चरण कमल की टेक। जे टेक रखनी है तो मालिक के चरना कमलों की रख, मनुख की टेक तो है ही व्यर्थ। मानुख की टेक बिरथी सब जान, हर चरण कमल की टेक, सतगुर दिती तुस के बलराम जी। जिहदे उत्ते वो तुसदा है, जिहदे उत्ते वो त्रुठदा है, जिहदे उत्ते वो किरपा करदा है, जिहदे उत्ते वो रहमत करदा है, उन्होंने ना मालिक के चरना कमलों की टेक दे, उन्होंने ना चरना कमलों के आसरे में टिका देंदा है, बिठा देंदा है। हर चरण कमल की टेक, सतगुर दिती तुस के बलराम जीओ। हर अमृत भरे भंडार, सब किछ है घर तिसके बलराम जीओ। मालिक दे जिहड़े भंडार ने ना, अमृत के खजाने नाल भरे पए ते नाल लफज वरतिया सब किछ है घर तिसके बलराम जीओ। हुण किहड़ी चीज़ ऐसी है जिहड़ी मेरे मालिक दे घर विच नहीं? फिर असीं क्यों मनुखां दी उस्तत करिए, क्यों किसी दी चापलूसी करिए, क्यों किसी की खुशामद करिए, क्यों किसी की झूठी वडियाई विच पईए? क्यों ना सच्चे नूं सच्चा कह के वडियाईए, सच्चे नूं सलाहन योग कह के वडियाईए। सब कुछ है घर तिसके बलराम जीओ। ते साध संगत मनुख चाहता मैनू आ भी मिले, आ भी मिले, आ भी मिले, ते आ उहदे कोलों मिल सकता ना जिहदे कोल आ सारा कुछ ही होवे। ते सारा कुछ तो है, दुनियावी तौर पर कहिए किसी को कुछ हो सकता है, कुछ हो सकता है, पर अगर कोई सारा कुछ दे सकता है ना तो वह मालक है जिहदी उस्तत करनी चाहिए। सब कुछ है घर तिसके बलराम जी। असीं आनंद साहिब जी की बाणी पढ़ते हैं ना, तो आनंद साहिब जे अमृत बोल सतगुरु जी सानू प्रदान करते हैं, बख्शिश करते हैं कि साचे साहिबा क्या नहीं घर तेरे, घर तां तेरे सब कुछ है। मालिक का घर ऐसा है जिहदे घर विच सारा कुछ ही है। कोई दुनिया की दात ऐसी नहीं जिहड़ी मालिक के घरों ना मिले। बाबुल मेरा वड समर्था, जिहड़ा मेरा बाबुल है ना, जिहड़ा मेरा मालिक है, जिहड़ा मेरा परमेश्वर है, जिहदी मैं उस्तत करदा, वो ना वड समर्था है। कला समर्था वाला ही नहीं, वड समर्था।
ਉਹਦੀ ਜਿਹੜੀ ਸਮਰੱਥਾ ਹੈ ਨਾ, ਉਹ ਕਰਨ ਵਾਲੀ ਵੀ ਹੈ ਤੇ ਕਰਾਉਣ ਵਾਲੀ ਵੀ ਹੈ। ਉਹ ਸਭ ਕੁਝ ਕਰਨ ਤੇ ਕਰਾਉਣ ਦੀ ਵੱਡੀ ਸਮਰੱਥਾ ਵਾਲਾ ਸਭ ਦਿਨ ਕੇ ਸਮਰੱਥ, ਉਹ ਹਰ ਵੇਲੇ ਹਰ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋਂ ਬਲ ਬਲ ਜਾਉਂ, ਗਾਵਨ ਭਾਵਨ ਸੰਤਨ ਤੋਰੇ, ਚਰਨੋਂ ਆ ਕੇ ਪਾਉ। ਮੈਂ ਉਹਨਾਂ ਤੋਂ ਸਦਕੇ ਬਲਿਹਾਰ ਵਾਰ ਨੇ, ਜਿਹੜਾ ਮਾਲਕ ਹੈ ਨਾ, ਉਸ ਮਾਲਕ ਤੋਂ ਕੁਰਬਾਨ ਜਾਣਾ, ਕਿਉਂਕਿ ਉਹ ਹਰ ਵੇਲੇ ਹਰ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਹਾਰਾ। ਉਹਦੇ ਘਰ ਕਿਹੜੀ ਚੀਜ਼ ਐਸੀ ਹੈ ਜਿਹੜੀ ਨਹੀਂ? ਉਹਦੇ ਘਰ ਸਾਰਾ ਕੁਝ ਹੈ। ਉਹ ਰਹਿਮਤਾਂ ਦਾ ਮਾਲਕ ਹੈ, ਉਹ ਕਿਰਪਾ ਦਾ ਘਰ ਹੈ। ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਹਾਰਾ। ਕਹਿਣ ਲੱਗੇ ਉਹਦੀ ਉਸਤਤ ਕਰਨ ਦੀ ਸਮਰੱਥਾ ਕਿਹਦੇ ਕੋਲ ਹੈ? ਕੌਣ ਐਸਾ ਹੈ ਜਿਹੜਾ ਇਹ ਦਾਅਵਾ ਕਰੇ ਕਿ ਮੈਂ ਉਹਦੀ ਵਡਿਆਈ ਬਿਆਨ ਕਰ ਸਕਾਂ? ਉਹਦੀ ਵਡਿਆਈ ਬਿਆਨ ਨਹੀਂ ਹੋ ਸਕਦੀ, ਸਿਰਫ ਤੇ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ, ਸਿਵਤ ਸਲਾਹ ਤੇ ਵਡਿਆਈ ਵਿੱਚ ਮਨੁੱਖ ਨੂੰ ਨਾ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ। ਵੇਖੋ ਜਿਹੜਾ ਮਾਲਕ ਹੈ ਨਾ, ਕਹਿਣ ਲੱਗੇ ਮਾਲਕਾ, ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਗੱਲਾਂ ਕਰਾਂ ਵੀ ਤੂੰ ਕਿੰਨਾ ਕੁ ਕਮਾਲ ਹੈ, ਕਿੰਨੀ ਕੁ ਰਹਿਮਤ ਹੈ, ਕਿੰਨੀ ਕੁ ਕਿਰਪਾ ਹੈ, ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਮੈਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਕਰਕੇ ਨਾ ਸੁਣ ਕੇ ਹੈਰਾਨ ਹੋਵਾਂ ਵੀ ਮਾਲਕ ਕਿੰਨੀ ਕੁ ਸਮਰੱਥਾ ਵਾਲਾ ਹੈ। ਕਹਿਣ ਲੱਗੇ ਅਗਰ ਮੈਂ ਕਿਸੇ ਰਾਜੇ ਨੂੰ ਵੇਖਦਾ ਨਾ, ਰਾਜੇ ਨੂੰ, ਤੇ ਫਿਰ ਮੈਨੂੰ ਸਮਝ ਆਉਂਦੀ ਹੈ ਕਿ ਤੂੰ ਨਾ ਰਾਜਿਆਂ ਸਿਰ ਰਾਜਾ, ਰਾਜਿਆਂ ਸਿਰ ਰਾਜਾ। ਜੇ ਮੈਂ ਕਿਸੇ ਭੂਮੀ ਦੀ ਮਾਲਕੀਅਤ ਵਾਲੇ ਨੂੰ ਵੇਖਦਾ ਨਾ, ਵੀ ਵੇਖੋ ਮਾਲਕ ਨੇ ਉਹਨੂੰ ਕਿੰਨਾ ਦੁਨਿਆਵੀ ਤੌਰ 'ਤੇ ਪਦਾਰਥਾਂ ਨਾਲ ਨਵਾਜਿਆ, ਵੀ ਉਹ ਇੰਨੀ ਧਰਤੀ ਦੀ ਮਾਲਕੀਅਤ ਵਾਲਾ ਹੈ, ਇੰਨੀ ਧਰਤੀ ਦੀ ਮਾਲਕੀਅਤ ਉਹਦੇ ਕੋਲ, ਤੇ ਫਿਰ ਮੇਰੇ ਮਨ ਵਿੱਚ ਨਾ ਆਉਂਦਾ ਹੈ ਕਿ ਤੂੰ ਤੇ ਧਰਤੀ ਦੀ ਮਾਲਕੀਅਤ ਵਾਲਾ ਹੀ ਹੈ, ਤੂੰ ਤੇ ਸਾਰੀ ਕਾਇਨਾਤ ਦਾ ਮਾਲਕ ਹੈ, ਤੂੰ ਸਾਰੀ ਧਰਤੀ ਦਾ ਮਾਲਕ ਹੈ। ਕਿਸੇ ਧਰਤੀ ਦੀ ਮਾਲਕੀਅਤ ਵਾਲੇ ਨੂੰ ਵੇਖ ਕੇ ਜਦੋਂ ਮੇਰੇ ਮਨ ਵਿੱਚ ਖਿਆਲ ਆਉਂਦਾ ਵੀ ਉਹਦੇ ਕੋਲ ਤੇ ਇੰਨੀ ਧਰਤੀ ਦੀ ਮਾਲਕੀਅਤ ਹੈ, ਫਿਰ ਮੈਨੂੰ ਧਿਆਨ ਆਉਂਦਾ ਤੂੰ ਤੇ ਸਾਰੀ ਧਰਤੀ ਦਾ ਮਾਲਕ ਹੈ। ਜੇ ਕੋਈ ਆਪਣੇ ਆਪ ਨੂੰ ਠਾਕੁਰ ਬਣ ਕੇ ਬੈਠ ਜਾਏ ਵੀ ਮੈਂ ਵੱਡਾ ਹਾਂ, ਮੈਂ ਠਾਕੁਰ ਹਾਂ, ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਤੂੰ ਤੇ ਠਾਕੁਰਾਂ ਸੇ ਠਾਕਰ ਹੈ, ਠਾਕੁਰਾਂ ਸੇ ਠਾਕਰ ਹੈ। ਤੇ ਜੇ ਕੋਈ ਇਹ ਆ ਕੇ ਬੈਠੇ ਵੀ ਮੈਂ ਵੱਡੀ ਜਾਤ ਵਾਲਾ, ਮੇਰੀ ਜਾਤ ਕੁੱਲ ਸਾਰਿਆਂ ਤੋਂ ਵਧੀਆ ਹੈ, ਸ੍ਰੇਸ਼ਟ ਹੈ, ਉੱਚੀ ਹੈ, ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਮਾਲਕਾ, ਤੇਰੀ ਜਾਤ ਤੋਂ ਵੱਧ ਕੇ ਕਿਹਦੀ ਜਾਤ ਹੋ ਸਕਦੀ? ਤੇਰੀ ਜਾਤ ਕੁੱਲ ਤੋਂ ਉੱਤਮ ਜਾਤ ਕਿਹਦੀ ਹੋ ਸਕਦੀ ਹੈ? ਰਾਜਨ ਮੇਂ ਤੂੰ ਰਾਜਾ ਕਹੀ ਹੈ, ਭੂਮਨ ਮੇਂ ਭੂਮਾ, ਰਾਜਿਆਂ ਵਿੱਚੋਂ ਤੂੰ ਸ੍ਰੇਸ਼ਟ ਰਾਜਾ ਹੈ, ਸਭ ਤੋਂ ਵੱਡਾ ਰਾਜਾ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ। ਰੱਬ ਵਰਗਾ ਰਾਜਾ ਕੌਣ ਹੈ? ਇਹ ਰਾਜੇ ਤੇ 4 ਦਿਨ ਦੀ ਨੌਬਤ ਵਜਾ ਕੇ ਸੰਸਾਰ ਤੋਂ ਕੂਚ ਕਰ ਜਾਣੀ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ। ਝੂਠੇ ਕਰਤ ਦਿਵਾਜਾ, ਇਹ ਤੇ ਝੂਠੀ ਖੇਡ ਖੇਡ ਕੇ ਚਲੇ ਜਾਣਗੇ। ਰਾਜਨ ਮੇਂ ਤੂੰ ਰਾਜਾ ਕਹੀਏ, ਭੂਮਨ ਮੇਂ ਭੂਮਾ, ਠਾਕੁਰ ਮੇਂ ਠੁਕਰਾਈ ਤੇਰੀ। ਮੇਰੇ ਮਾਲਕ ਤੁਸੀਂ ਤੇ ਠਾਕੁਰਾਂ ਸਿਰ ਠਾਕਰ ਹੋ, ਤੁਹਾਡੀ ਠਾਕੁਰਾਂ ਉੱਪਰ ਵੀ ਠੁਕਰਾਈ ਹੈ, ਮਾਲਕੀਅਤ ਹੈ। ਕੌਮਨ ਸਿਰ ਕੌਮਾ, ਪਿਤਾ ਮੇਰੋ ਵੱਡੋ। ਮੇਰਾ ਜਿਹੜਾ ਪਿਤਾ ਹੈ ਨਾ, ਮਾਲਕ ਹੈ, ਰੱਬ ਹੈ, ਭਗਵਾਨ ਹੈ, ਪਰਮੇਸ਼ਰ ਹੈ, ਜਿਹਦੀ ਮੈਂ ਉਸਤਤ ਕਰਦਾ ਉਹ ਵੱਡਾ ਹੈ। ਪਿਤਾ ਮੇਰੋ ਵੱਡੋ, ਧਨੀ ਅਗਮਾ, ਉਸਤਤ ਕਮਨ ਕਰੀਜੈ ਕਰਤੇ। ਕਹਿਣ ਲੱਗੇ ਠੀਕ ਹੈ, ਉਸਤਤ ਤੇ ਉਹਦੀ ਅਸੀਂ ਕਰਦੇ ਹਾਂ, ਕਿਉਂਕਿ ਉਸਤਤ ਕਰਨ ਯੋਗ ਹੈ ਹੀ ਉਹ ਸੱਚ ਹੈ। ਉਹਦੀਆਂ ਕਿਹੜੀਆਂ ਕਿਹੜੀਆਂ ਉਸਤਤ ਦੀਆਂ ਗੱਲਾਂ ਕਰਾਂ, ਉਹਦੀ ਤੇ ਵਡਿਆਈ ਵੇਖ ਵੇਖ ਕੇ ਤਾਂ ਮੈਂ ਹੈਰਾਨ ਹੀ ਹੁੰਦਾ ਰਹਿੰਦਾ। ਉਸਤਤ ਕਮਨ ਕਰੀਜੈ ਕਰਤੇ, ਵੇਖ ਰਹੇ ਬਿਸਮਾ। ਮੈਂ ਹੈਰਾਨ ਹੁਣਾ, ਬਿਸਮ ਨਾ। ਬਿਸਮਾ ਦਾ ਆਖਰੀ ਅਰਥ ਹੈ ਹੈਰਾਨ ਹੋ ਜਾਣਾ ਮਾਲਕ ਦੀ ਵਡਿਆਈ ਵੇਖ ਕੇ, ਮਾਲਕ ਦੀਆਂ ਖੇਡਾਂ ਵੇਖ ਕੇ, ਮਾਲਕ ਦੇ ਚੋਜ ਵੇਖ ਕੇ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਹ ਮਨਾ,
तू ना सत व्यवहार कर। सत व्यवहार, सत व्यवहार जिहड़ा व्यवहार ना परमार्थ करने वास्ते कहंदे। परमार्थ हुण देखो, जितने भी बुरे कर्म है ना, उन्हां तो परमार्थ मना करदा है भी मनुख नूं ना कोई बुरा काम नहीं करना चाहिए। कोई बुरा, हमेशा ही भला करना चाहिए, सुकृत करना चाहिए। पुछया किहड़ा सुकृत? ते सतगुरु जी ने जवाब दिता, कहन लगे उठत बैठत हर हर ध्याइए, अन दिन सुकृत करिए। बस आ काम कर, कारोबार करदे हैं, किरत विरत करदे हैं ना, भले काम करदे हैं, मनुखता की सेवा करदे हैं, परोपकार करदे हैं, दयालु सुभाव बना के, दयावान बन के, परोपकारी बन के ना, हर वेले उठदे हैं, बैठदे हैं, सौंदे हैं, जागदे हैं ना, उन्होंने सलाउण दा ना सत व्यवहार करया कर, भला कर्म करया कर। कर मन मेरे सत व्यवहार, निर्मल रसना अमृत पीओ। रसना नाल ना रबी नाम दा अमृत पिया कर, रसना नाल। वेखो साध संगत, जिन्हां दे जीवन विच सत कर्म हुंदे ने ना, ईरखालू लोग ईरखा करते हैं सत कर्म करने वालियां, क्योंकि जिहड़े सत कर्मी हुंदे ने ना, उन्हां दी जिहड़ी वडियाई है वो चौकुंटी फैल जाती। चौकुंटी त्रिलोकी दे विच उन्हां दी वडियाई प्रगट हो जाती है। वो चौकुंटां विच वडियाई वाले जाने जाते हैं, पर ईरखालू लोग उन्हां नाल भी ईरखा करके उन्हां दी निंदिया, उन्हां दी चुगली, उन्हां दी लाड़ी चाड़ी करन तो गुरेज नहीं करते। पर वो किसी की परवाह ना करदियां होया वो सुकृत कारज विच आ जाए। पुछया किहड़े सुकृत कारज विच? हुण वेखो जीव नूं किहड़े सत व्यवहार करन लई किहा सतगुरु जी ने? कहण लगे देख, निर्मल रसना अमृत पीओ। जिहड़ी तैनूं ये रसना मालक ने दित्ती है ना, कि रसना तू अन रस राच रही, तेरी प्यास ना जाए, प्यास ना जाए होरत किते, जिचर हर रस पले ना पाए। इस रसना नूं ना हरी रस दे, अमृत रस दे, इनू अमृत रस पिला। रस रस राम रसाल सलाहा, राम नाम पीना लै लाहा। निर्मल रसना अमृत पीओ। ये की है? कर मन मेरे सत व्यवहार। ये सत व्यवहार है, ये भला कर्म है। ये मनुख की जिहड़ा व्यवहार है ना, कई बारी ना आपां संबोधन करके कहने आ भी मनुख का जिहड़ा चरित्र है ना, मनुख की जिहड़ी करनी, मनुख का जिहड़ा चरित्र है उहदे व्यवहार तो पता लगता है भी मनुख किदां दा है। जिहो जिहा उहदा व्यवहार होएगा ना, फिर उहदे चरित्र दे रूप नूं ना असीं वेख लैने आ। फिर जो मालक प्रति पता लग्या ना सेवक नूं भी सारियां दातां देण वाला है, तो फिर सेवक कहंदा भी मैं ना उहदे व्यवहार नूं वेखिआ मालक दे नूं कि वह सारा कुछ ना देण आ रहा है, सारियां दातां देण दी समर्था उहदे पास है। निर्मल रसना अमृत पीओ, सदा सुहेला कर लै जीओ। देखो एक एक अमोलक बोल जिहड़ा ना शुद्ध लफज सानू परो परो के सतगुरु ने साडी झोली विच अमृत बाणी दा खजाना पाया। देखो किहड़ा मनुख है जिहड़ा सुखी नहीं रहना चाहता, पर समस्या ये भी जिथों दुख मिलना है वो काम कर रहा है, जिथों सुख मिलना है वो कर नहीं रहा। मनुख कोल समय ही नहीं निंदिया चुगली चो बाहर निकले तो मालक की उस्तत रूपी रस पीए, अमृत रस पीए। तो सतगुरु कहन लगे जे किते रसना नाल उहदे अमृत रस नूं पीण लग जाए ना, तो तेरी जिहड़ी जिंद है ना ये सुहेली हो जाए, ये सुखी हो जाए। जिहड़ी फालतू की डिप्रैशन लैके तू घूम रहा है ना, ये बिल्कुल तू रिलैक्स हो जाए। जिहड़ा तेरा बीपी उपर हेठा हो जाता है ना, उसका कारण यह कि मनुख ने अणहुंदे बोझ जिहड़े ने ना अपने ब्रेन के उत्ते टिका के रखे। फालतू के मसले जिहड़े ने ना वो अपने ब्रेन के उत्ते टिका के मनुख ने रखे ने। कह लगे वो भूलिया, अगर जिंद करके सुखी होना ही ना, फिर रसना नाल उहदे गुण गाया कर, उहदी सिफत करया कर। सदा सुहेला कर ले जीओ, नैनो पेख ठाकुर का रंग। ਉਹਦੇ प्यारे सोहने सोहने रंगां नूं वेख के, ਉਹਦੀ कुदरत नूं वेख के ना खुश होया कर। मालक जी तुसीं किन्ने सोहने हो गए, जिन्हां ने इन्नी खूबसूरत कायनात की सिरजना की। जिस कायनात नूं वेख वेख के मैं हैरान होना, मालक जी तुसीं किन्ने सुंदर हो गए, किन्ने सोहने हो गए।
ਤੁਹਾਡੀ ਖੂਬਸੂਰਤੀ ਤੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਤੇ ਉਹਦੇ ਚੋਜਾਂ ਨੂੰ, ਉਹਦੇ ਰੰਗਾਂ ਨੂੰ, ਉਹਦੀਆਂ ਖੇਡਾਂ ਨੂੰ ਨਾ ਵੇਖਿਆ ਕਰ ਤੇ ਹੈਰਾਨ ਹੋਇਆ ਕਰ। ਨੈਣੋ ਪੇਖ ਠਾਕੁਰ ਦਾ ਰੰਗ। ਤੇ ਫਿਰ ਨਾ ਜਾਇਆ ਕਰ ਸਤ ਸੰਗਤ ਵਿੱਚ, ਜਾਇਆ ਕਰ ਸਾਧ ਸੰਗਤ ਵਿੱਚ। ਤੇ ਸਾਧ ਸੰਗਤ ਵਿੱਚ ਜਦੋਂ ਜਾਏਗਾ ਨਾ, ਫਿਰ ਤੇਰੇ ਵਿੱਚ ਇੱਕ ਗੁਣ ਆ ਜਾਏਗਾ। ਪੁੱਛਿਆ ਕਿਹੜਾ? ਕਹਿਣ ਲੱਗੇ ਸਾਧ ਸੰਗ ਬਿਨਸੇ ਸਭ ਸੰਗ। ਜਦੋਂ ਸਤ ਸੰਗਤ ਕਰੇਗਾ ਫਿਰ ਤੇਰੇ ਅੰਦਰੋਂ ਨਾ ਕੁਸੰਗ ਮੁੱਕ ਜਾਏਗਾ। ਕੁਸੰਗ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੋਲ ਕਿਹਾ, ਕਹਿਣ ਲੱਗੇ ਚਾਵਲ ਛਿਲਕੇ ਚੋਂ ਬਾਹਰ ਕੱਢਣੇ ਹੋਣ ਨਾ, ਬਾਹਰ, ਤੇ ਮੌਲੀ ਦੀਆਂ ਉਹਨੂੰ ਸੱਟਾਂ ਮਾਰਨੀਆਂ ਪੈਂਦੀਆਂ ਨੇ, ਮੌਲੀ ਦੀਆਂ। ਕਹਿਣ ਲੱਗੇ ਦੇਖੋ ਚਾਵਲਾਂ ਦੀ ਖਾਤਰ ਮੌਲੀ ਦੀਆਂ ਸੱਟਾਂ, ਜਿਹੜਾ ਉਹਦਾ ਛਿੱਲੜ ਹੈ ਨਾ, ਤੋਖ ਹੈ ਜਿਹੜਾ ਉਹਦਾ, ਉਹਨੂੰ ਚੋਟਾਂ ਸਹਿਣੀਆਂ ਪੈ ਰਹੀਆਂ ਨੇ। ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਕਹਿਣ ਲੱਗੇ ਸੰਗ ਕੁਸੰਗਤ ਬੈਠਤੇ। ਜਿਹੜੇ ਕੁਸੰਗ ਵਿੱਚ ਜਾ ਕੇ ਬੈਠਦੇ ਨੇ, ਤਿਨ ਪੁੱਛੇ ਧਰਮ ਰਾਏ। ਉਹਨਾਂ ਨੂੰ ਧਰਮਰਾਜ ਪੁੱਛੇਗਾ ਵੀ ਆ ਹੁਣ ਜਰਾ ਹਿਸਾਬ ਦੇ, ਤੇਰੇ ਜੀਵਨ ਦੀ ਸੰਗਤ ਹੈ ਹੀ ਕੋਈ ਨਹੀਂ, ਤੂੰ ਜੀਵਨ ਵਿੱਚ ਕੁਸੰਗ ਕੀਤਾ। ਤੇ ਸਤਿਗੁਰੂ ਕਹਿਣ ਲੱਗੇ ਜਿਹੜੇ ਸਤ ਸੰਗਤ ਵਿੱਚ ਜਾਂਦੇ ਨੇ ਨਾ, ਫਿਰ ਉਹਨਾਂ ਦਾ ਜਿਹੜਾ ਕੁਸੰਗ ਹੈ ਨਾ, ਉਹਨਾਂ ਦੀ ਜਿਹੜੀ ਬੁਰਾਈ ਹੈ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ। ਉਹਨਾਂ ਦਾ ਜਿਹੜਾ ਮਾਰਗ ਹੈ ਨਾ, ਉਹ ਗੋਬਿੰਦ ਦਾ ਮਾਰਗ ਬਣ ਜਾਂਦਾ। ਉਹਨਾਂ ਦੇ ਕਦਮ ਰੱਬ ਦੇ ਰਾਹ ਵੱਲ ਚੱਲਦੇ ਨੇ। ਮਿਟੇ ਪਾਪ ਜਪੀਏ ਹਰ ਬਿੰਦ। ਕਹਿਣ ਲੱਗੇ ਅਗਰ ਰੱਤੀ ਭਰ ਵੀ ਮਾਲਕ ਨੂੰ ਤੂੰ ਯਾਦ ਕਰੇ ਨਾ, ਜਪੇ, ਤੇ ਤੇਰੇ ਸਾਰੇ ਪਾਪ ਨਾਸ ਹੋ ਜਾਣ। ਕਰ ਹਰ ਕਰਮ, ਹਰੀ ਦੇ ਕੰਮ ਕਰਿਆ ਕਰ ਜਿਹੜੇ ਕਰਨੇ ਨੇ। ਸਰਵਨ ਹਰ ਕਥਾ, ਕੰਨਾਂ ਨਾਲ ਉਹਦੀ ਕਥਾ, ਉਹਦੀ ਸ਼ਿਵ ਸਲਾਹ, ਉਹਦੀ ਵਡਿਆਈ ਸੁਣ। ਹਰ ਦਰਗਹਿ ਨਾਨਕ ਉਜਲ ਮੱਥਾ। ਉਹਦੇ ਫਿਰ ਜਿਹੜੇ ਭਾਗ ਨੇ ਨਾ, ਉਹ ਰਹਿਮਤ ਨਾਲ ਭਰ ਜਾਂਦੇ ਨੇ। ਉਹਦਾ ਜਿਹੜਾ ਮੁਖ ਹੈ ਨਾ, ਉਹ ਉਜਲ ਹੋ ਜਾਂਦਾ ਹੈ। ਉਹ ਵਿਰਲੇ ਮਨੁੱਖਾਂ ਦੀ, ਉੱਤਮ ਮਨੁੱਖਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਵੀ ਕਿਰਪਾ ਕਰ ਰਹੇ ਨੇ, ਜਿਹਦੇ ਵਿੱਚ ਸਤਿਗੁਰੂ ਨੇ ਸਮਝਾਇਆ। ਕਹਿਣ ਲੱਗੇ ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਾ ਗੁਣ ਨਾਉ। ਸਤਿਗੁਰੂ ਸੇਤੀ ਰਤਿਆ, ਦਰਗਹਿ ਪਾਈਏ ਠਾਓ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਏ ਬਿਰਲੇ ਕਈ ਕੇ। ਇਹ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ ਕਿ ਹੇ ਜੀਵ, ਹਮੇਸ਼ਾ ਮਾਲਕ ਦੀ ਵਡਿਆਈ ਵਿੱਚ ਜੁੜ, ਤੇ ਤੇਰੇ ਕੀਤੇ ਸਾਰੇ ਕਰਮ ਨਾਸ ਹੋ ਜਾਣ, ਪਾਪ ਨਾਸ ਹੋ ਜਾਣ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਪੂਜਨ ਮੱਥਾ। ਸਭਨਾਂ ਦੀ ਸੇਵਾ ਜ਼ਰੀ ਪ੍ਰਵਾਨ, ਖੁਸ਼ੀਆਂ ਖੇੜੇ, ਕਿਰਤ ਵੇਦ ਵਿੱਚ ਪ੍ਰਫੁੱਲਤਾ ਹੋਈਆਂ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।